ਉਸ ਤੋਂ ਬਾਅਦ ਗੋਭ ਦੇ ਵਿੱਚ ਜਾ ਕੇ ਤੁਸੀਂ ਜਿਹੜਾ ਐਸਓਪੀ ਦਾ ਇਸਤੇਮਾਲ ਕਰਨਾ ਹੈ। ਇਹ ਕਮ ਸੇ ਕਮ 10 ਕਿਲੋ ਫੀ ਏਕੜ ਵਾਸਤੇ ਇਹਦੀ ਜਿਹੜੀ ਡੋਜ਼ ਹੈ, ਜਾਂ ਘੱਟ ਤੋਂ ਕਮ ਜਿਹੜਾ ਘੱਟ ਤੋਂ ਘੱਟ ਜਿਹੜਾ ਬੰਦਾ ਕਰੇਗਾ ਨਾ, ਇਹ 25 ਕਿਲੋ ਦਾ ਬੈਗ 3 ਏਕੜਾਂ 'ਚ ਇਸਤੇਮਾਲ ਕਰੇਗਾ, ਫਿਰ ਜਾ ਕੇ ਇਹਦਾ ਫਾਇਦਾ ਹੋਏਗਾ। ਕਿਉਂਕਿ ਇਹ ਤੁਸੀਂ 25 ਤੋਂ 30 ਦਿਨ ਦੀ ਜਦੋਂ ਫਸਲ ਹੋ ਜਾਂਦੀ, ਉਸ ਤੋਂ ਬਾਅਦ ਜਿਹੜੀ ਤੁਸੀਂ ਤੀਸਰੀ ਗੋਰੀ ਪਾਉਂਦੇ ਨਾ ਖਾਦ ਦੀ, ਉਹਦੇ ਨਾਲ ਇਹਦਾ ਛੱਟਾ ਦੇ ਦੇਣਾ, ਇਹਨੂੰ ਮਿਕਸ ਕਰਕੇ ਇਹਦਾ ਛੱਟਾ ਤੁਸੀਂ ਦੇ ਦੇਣਾ। ਉਸ ਤੋਂ ਬਾਅਦ ਜਨਾਬ ਜਿਹੜਾ ਆ ਜਾਂਦਾ ਅੱਗੇ ਆ ਕੇ ਜਦੋਂ ਮੁੰਜੀ ਨਿਸਰਨੀ ਸ਼ੁਰੂ ਹੋ ਜਾਂਦੀ ਗੋਭ ਤੋਂ ਬਾਅਦ, ਉਦੋਂ ਤੁਸੀਂ ਫੰਗਸਾਈਡ ਸਪਰੇਅ ਕਰਨੇ ਨੇ। ਤਾਕਤ ਵਾਲਾ ਤੇਲੇ ਦਾ, ਪਿਛਲੀ ਵਾਰੀ ਤੁਹਾਨੂੰ ਪਤਾ ਵੀ ਤੇਲੇ ਦਾ ਬਹੁਤ ਜ਼ਿਆਦਾ ਅਟੈਕ ਹੋਇਆ, ਤੇ ਉਹਦੇ ਵਾਸਤੇ ਵੀ ਜਿਹੜਾ ਬੰਦਾ ਹਿਫਾਜ਼ਤੀ ਤੌਰ ਤੇ ਸਪਰੇਅ ਕਰੇਗਾ ਉਹ ਕਾਮਯਾਬ ਰਹੇਗਾ। ਜਿਹੜਾ ਬੰਦਾ ਵੇਖੇਗਾ ਅੱਜ ਨਹੀਂ ਕੱਲ ਨਹੀਂ ਪਰਸੋਂ, ਉਹ ਫਿਰ ਅਟੈਕ ਬਹੁਤ ਜ਼ਿਆਦਾ ਵੱਧ ਜਾਂਦਾ। ਹਾਂਜੀ, ਇਸ ਤਰ੍ਹਾਂ ਜਿਵੇਂ ਹੁਣ ਬੰਦਿਆਂ ਨੂੰ ਬਿਮਾਰੀਆਂ ਨੇ, ਇਵੇਂ ਸਾਡੀ ਫਜ਼ਾ ਦੇ ਵਿੱਚ ਜਦੋਂ ਦੀ ਆ ਪੈਟਰੋਲਿੰਗ ਇਸਤੇਮਾਲ ਜ਼ਿਆਦਾ ਹੋ ਗਿਆ ਨਾ, ਹਰ ਬੰਦੇ ਕੋਲ ਮੋਟਰਸਾਈਕਲ, ਕਾਰ, ਇਹ ਫਜ਼ਾ ਦੇ ਵਿੱਚ ਜਾਂਦਾ। ਇਹੋ ਹੀ ਬਾਹਰ ਰਹਿੰਦੀ, ਜਿਵੇਂ ਬੰਦੇ ਬਿਮਾਰ ਰਹਿੰਦੇ ਨੇ, ਇਵੇਂ ਫਸਲਾਂ ਦਾ ਬਗੈਰ ਦਵਾਈ ਤੋਂ ਲੋਕ ਕਹਿੰਦੇ ਨੇ ਜੀ ਦਵਾਈਆਂ ਇਹ ਦਵਾਈ ਤੋਂ ਬਗੈਰ ਹੁਣ ਕੋਈ ਚੀਜ਼ ਵੀ ਨਹੀਂ ਰਹਿੰਦੀ। ਸਾਡੇ 'ਚ ਵੀ ਅਕਸਰ ਬੰਦੇ ਨੂੰ ਵਿਚਾਰਾ ਸ਼ਾਮ ਨੂੰ ਕੋਈ ਦਵਾਈ ਖਾਂਦਾ, ਕੋਈ ਸੁਬਾਹ ਖਾਂਦਾ, ਤੇ ਇਹ ਜੀ ਨਿਜ਼ਾਮ ਜਿਹੜਾ ਉਹ ਚੱਲਦਾ ਹੈ। ਇਹ ਪਹਿਲਾ ਸਪਰੇਅ ਤੁਸੀਂ ਗੋਭ ਦੇ ਵਿੱਚ ਕਰਨਾ ਹੈ, ਜਦੋਂ ਹਾਲੀ ਜਿਹੜਾ ਸਿੱਟਾ ਬਾਹਰ ਨਹੀਂ ਆਉਂਦਾ ਉਦੋਂ ਇੱਕ ਸਪਰੇਅ ਕਰੋਗੇ। ਉਸ ਤੋਂ ਬਾਅਦ ਇੱਕ ਜਦੋਂ ਸਾਰੀ ਮੁੰਜੀ ਨਿਸਰ ਜਾਏਗੀ ਨਾ, ਉਦੋਂ ਉਹਦਾ ਸਪਰੇਅ ਕਰੋਗੇ। ਉਹਦੇ ਵਿੱਚ ਸਾਡੇ ਕੋਲ ਇਹ ਹੈਗਾ, ਹਾਂਜੀ, ਜਿਹਨੂੰ ਲੋਕ ਇਹਦਾ ਬਿਆਨ ਦੇ ਨਾਂ ਤੋਂ ਵੀ ਜਾਣਦੇ ਨੇ, ਇਹ ਸਾਡੇ ਕੋਲ ਹੈਗਾ, ਠੀਕ ਹੈ ਜੀ, ਬੈਸਟ ਅਮਾਈਨੋ। ਇਹ ਤੁਹਾਨੂੰ ਇਨਸ਼ਾਅੱਲਾ ਬਿਹਤਰੀਨ ਰੇਟ ਹੀ ਮਿਲ ਜਾਏਗਾ, ਤੇ ਇਹਦੇ ਰਿਜ਼ਲਟ ਵੀ ਬਹੁਤ ਅੱਛੇ ਨੇ। ਇਹ ਇੰਪੋਰਟ ਸ਼ੁਦਾ ਹੈ। ਇਹ ਤੁਸੀਂ ਦੋਵਾਂ ਸਪਰੇਆਂ ਦੇ ਵਿੱਚ ਜਿਹੜਾ ਹੈ ਨਾ ਇਹਨੂੰ ਸ਼ਾਮਿਲ ਕਰਨਾ ਹੈ, ਤੇ ਇਨਸ਼ਾਅੱਲਾ ਇਵੇਂ ਸਾਡੀਆਂ ਦੂਸਰੀਆਂ ਵੀ ਦਵਾਈਆਂ ਹੈਗੀਆਂ। ਤੇ ਤੁਹਾਨੂੰ ਮੈਂ ਮੁੰਜੀ ਦਾ ਪ੍ਰੋਗਰਾਮ ਦੱਸਿਆ ਨਾ ਵੀ ਜਿਸ ਤਰ੍ਹਾਂ ਮਤਲਬ ਵੀ ਅਸੀਂ ਇਹਨੂੰ ਕਰ ਲੈ ਕੇ ਚੱਲਣਾ ਹੈ। ਤੁਸੀਂ ਇਨਸ਼ਾਅੱਲਾ ਇਸ ਤਰੀਕੇ ਨਾਲ ਕਰੋਗੇ ਤੇ ਇਨਸ਼ਾਅੱਲਾ ਅੱਲਾਹ ਤਾਲਾ ਤੁਹਾਨੂੰ ਫਾਇਦਾ ਦੇਗਾ। ਉਸ ਤੋਂ ਬਾਅਦ ਸਾਡੇ ਕੋਲ ਇਹ ਵੇਖੋ ਖਾਲਿਆਂ ਤੇ ਦਵਾਈ ਕਰਨ ਵਾਲੀ ਗਲਾਈਫੋਸੇਟ, ਠੀਕ ਹੈ ਜੀ। ਇਹਦੇ ਵਾਸਤੇ ਵੀ ਇਹਦਾ ਤਰੀਕਾਕਾਰ ਇਹ ਹੀ ਹੁੰਦਾ ਵੀ ਅੱਛਾ ਰਿਜ਼ਲਟ ਲੈਣ ਵਾਸਤੇ ਇਹਦੀਆਂ ਬੋਤਲ ਦੀਆਂ 2 ਟੈਂਕੀਆਂ ਬਣਾਓ, ਤੇ ਉਹਨੂੰ ਆਸਤਾ ਆਸਤਾ ਬੰਦਾ ਟੁਰੇ ਸਾਰਾ ਤਰ ਕਰਦਾ ਜਾਏ, ਕਿਉਂਕਿ ਗੰਦ ਜੜ ਤੋਂ ਖਤਮ ਕਰਨਾ ਹੁੰਦਾ ਹੈ। ਤੇ ਜੇ ਬੰਦਾ ਤੇਜ਼ ਟੁਰੇਗਾ ਫਿਰ ਇਸ ਦਵਾਈ ਦਾ ਰਿਜ਼ਲਟ ਨਹੀਂ ਆਏਗਾ। ਉਂਝ 3 ਟੈਂਕੀਆਂ ਹੀ ਬਣਾ ਲਈਏ ਤਾਂ ਉਹਦੇ ਨਾਲ ਤੇਰਾ ਟਾਈਮ ਘੱਟ ਨਿਕਲਦਾ। 2 ਟੈਂਕੀਆਂ ਬਣਾਓਗੇ ਉਹਦੇ ਨਾਲ ਤੁਹਾਡਾ ਸੀਜ਼ਨ ਨਿਕਲ ਜਾਏਗਾ। ਉਂਝ 3 ਟੈਂਕੀਆਂ ਤੇ ਵੀ ਇਹਦਾ ਰਿਜ਼ਲਟ ਜਿਹੜਾ ਉਹ ਬਿਹਤਰੀਨ। ਇਹਦਾ ਕਰਨ ਦਾ ਤਰੀਕਾ ਕਰ ਰਿਹਾ ਵੀ ਇਹ ਜਦੋਂ ਤੁਸੀਂ ਕਰਨੀ ਹੈ ਨਾ, ਤੇ ਬੰਦੇ ਨੇ ਆਰਾਮ ਨਾਲ ਟੁਰਨਾ ਹੈ। ਇਹਨੂੰ ਇੰਜ ਤਰ ਕਰਦੀ ਚੀਜ਼, ਜਿਵੇਂ ਇੰਜ ਬਾਰਿਸ਼ ਨਵਾ, ਜਿਵੇਂ ਕਹਿੰਦੇ ਵੀ ਨਵਾ ਕੇ ਜਾਣਾ, ਉਂਝ ਤੁਸੀਂ ਕਰੋਗੇ ਨਾ ਤੇ ਇਨਸ਼ਾਅੱਲਾ ਇਸ ਦਵਾਈ ਦਾ ਰਿਜ਼ਲਟ ਰਾਉਂਡ ਅਪ ਦੇ ਬਰਾਬਰ ਆਏਗਾ। ਉਹ ਤੁਹਾਨੂੰ ਮਾਰਕੀਟ 'ਚ ਤੁਹਾਨੂੰ ਪਤਾ 2200-2500 ਰੁਪਏ ਦੀ ਮਿਲਦੀ ਹੈ ਹੁੰਦੀ, ਇਹ ਉਹਦੇ ਨਾਲ ਬਹੁਤ ਜ਼ਿਆਦਾ ਸਸਤੀ ਹੈ। ਹਾਂਜੀ, ਉਹ ਇਸੇ ਤਰ੍ਹਾਂ ਹੀ ਆ ਸਾਡੀ ਪੈਰਾਕਾਟ ਦਵਾਈ ਹੈ। ਹਾਂਜੀ, ਇਹ ਤੂੰ ਕੋਈ ਵੀ ਕਿਸੇ ਨੂੰ ਮਸਲਾ ਹੋਵੇ, ਕੋਈ ਮਤਲਬ ਵੀ ਪਹਿਲੀ ਵਾਹਣੀ ਹੋਵੇ, ਇਹ ਤੁਸੀਂ ਸੁਬਾਹ ਕਰਨੀ, ਸ਼ਾਮ ਨੂੰ ਹਰ ਸ਼ੈ ਜਿਹੜੀ ਸਾਫ਼ ਹੋ ਜਾਏਗੀ। ਜਿਵੇਂ ਸ਼ੇਵ ਨਹੀਂ ਕਰਦੇ, ਇਹ ਜਦੋਂ ਜ਼ਮੀਨ ਤੇ ਟਕਰਾਦੀ ਨਾ, ਇਹਦਾ ਅਸਰ ਜ਼ੀਰੋ ਹੋ ਜਾਂਦਾ। ਵੀ ਇਹਦਾ ਜ਼ਮੀਨ ਤੇ ਕੋਈ ਨੁਕਸਾਨ ਨਹੀਂ। ਤੁਸੀਂ ਸਵੇਰੇ ਪਹਿਲੀ ਬੀਜ ਸਕਦੇ ਜੀ, ਕੋਈ ਗੰਦ ਕੋਈ ਚੀਜ਼ ਇਹ ਤੁਸੀਂ ਸਪਰੇਅ ਕਰਨੀ ਸੁਬਾਹ, ਸ਼ਾਮ ਨੂੰ ਜਾ ਕੇ ਵੇਖੋਗੇ ਯਾਰ ਸ਼ਾਇਦ ਸੜੀ ਹੋਈ, ਤੇ ਤੁਸੀਂ ਅਗਲੇ ਦਿਨ ਹੀ ਬਿਜਾਈ ਕਰ ਸਕਦੇ। ਹਾਂਜੀ, ਇਹ ਪੈਰਾਕਾਟ ਇਹਦਾ ਨਾਂ। ਹਾਂਜੀ।